ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਅੱਜ ਮੇਰੇ ਸਹੁਰੇ ਘਰ ਵਿੱਚ ਵਿਆਹ ਵਾਲੀ ਪਹਿਲੀ ਰਾਤ ਸੀ ਅਤੇ ਮੇਰੇ ਪਤੀ ਮੇਰੇ ਲਈ ਬਦਾਮ ਪਾ ਕੇ ਦੁੱਧ ਦਾ ਗਲਾਸ ਲੈ ਕੇ ਆਇਆ ਅਤੇ ਮੈਨੂੰ ਆਪਣੇ ਹੱਥਾਂ ਨਾਲ ਪਿਆਇਆ। ਮੈਨੂੰ ਉਸ ਦਾ ਮੇਰੇ ਪ੍ਰਤੀ ਇੰਨਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ। ਅਜਿਹਾ ਲੱਗਿਆ ਦੁਨੀਆ ਵਿੱਚ ਇਸ ਤੋਂ ਵਧੀਆ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਦੁੱਧ ਦਾ ਗਲਾਸ ਪੀ ਕੇ ਮੈਨੂੰ ਬੜੀ ਤਸੱਲੀ ਨਾਲ ਨੀਂਦ ਆ ਗਈ। ਲੇਕਿਨ ਸਵੇਰੇ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ, ਮੈਂ ਦੇਖਿਆ ਮੇਰੇ ਪੈਰਾਂ ਉੱਤੇ ਦੁਪੱਟਾ ਬੰਨ੍ਹਿਆ ਹੋਇਆ ਸੀ। ਮੈਨੂੰ ਡਰ ਲੱਗਣ ਲੱਗਾ ਅਤੇ ਪਰੇਸ਼ਾਨ ਹੋ ਗਈ ਕਿ ਇਹ ਸਭ ਕੀ ਹੋ ਰਿਹਾ। ਅਜਿਹੀ ਅਜੀਬ ਜਿਹੀ ਹਰਕਤ ਮੇਰੇ ਨਾਲ ਕੌਣ ਕਰ ਸਕਦਾ। ਹਜੇ ਮੈਂ ਉਹੀ ਸੋਚਦਾ ਦੇ ਵਿੱਚ ਬੈਠੀ ਸੀ ਕਿ ਰੋਹਨ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਪੈਰ ਉੱਤੇ ਬੰਨ੍ਹੇ ਹੋਏ ਦੁਪੱਟੇ ਨੂੰ ਬੜੀ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ, ਇਹ ਕਿਉਂ ਬੰਨ੍ਹਿਆ? ਪੈਰਾਂ ਵਿੱਚ ਦਰਦ ਆ? ਮੈਂ ਖੁਦ ਹੈਰਾਨ ਹੋ ਕੇ ਉਸ ਵੱਲ ਦੇਖਣ ਲੱਗੀ ਤੇ ਬੋਲੀ ਕਿ ਨਹੀਂ, ਪਤਾ ਨਹੀਂ ਕਿਸ ਨੇ ਬੰਨ੍ਹਿਆ। ਉਹ ਕਹਿੰਦੇ ਸ਼ਾਇਦ ਤੂੰ ਨੀਂਦ ਵਿੱਚ ਬੰਨ੍ਹ ਲਿਆ ਹੋਣਾ। ਮੈਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ ਕਿਉਂਕਿ ਅਕਸਰ ਇਨਸਾਨ ਅਜਿਹੀ ਉਲਟੀ ਸਿੱਧੀ ਹਰਕਤ ਕਰਦਾ ਰਹਿੰਦਾ। ਉਹ ਮੇਰੇ ਪੈਰ ਨਾਲੋਂ ਦੁਪੱਟਾ ਖੋਲ੍ਹ ਕੇ ਬਾਹਰ ਚਲਿਆ ਗਿਆ। ਉਦੋਂ ਹੀ ਮੈਂ ਦੇਖਿਆ ਕਿ ਉਸ ਦਾ ਬੇਟਾ ਚਿੰਟੂ ਦਰਵਾਜ਼ੇ 'ਤੇ ਖੜ੍ਹਾ ਸੀ। ਮੈਨੂੰ ਦੇਖ ਰਿਹਾ ਸੀ, ਪਰ ਜਿਵੇਂ ਹੀ ਮੈਂ ਉਸ ਵੱਲ ਦੇਖਿਆ ਤਾਂ ਉਹ ਦੇਖ ਕੇ ਮੈਨੂੰ ਭੱਜ ਗਿਆ। ਉਹਦੀਆਂ ਨਜ਼ਰਾਂ ਮੈਨੂੰ ਬੜੇ ਹੀ ਅਜੀਬ ਤਰੀਕੇ ਨਾਲ ਘੂਰ ਰਹੀਆਂ ਸੀ। ਉਹਦੇ ਜਾਂਦੇ ਹੀ ਮੈਨੂੰ ਆਪਣੇ ਬੀਤੇ ਹੋਏ ਵਕਤ ਦੀ ਯਾਦ ਆ ਗਈ, ਜਦੋਂ ਉਸ ਆਦਮੀ ਨੇ ਮੈਨੂੰ ਮੇਰੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ ਅਪਣਾਇਆ ਸੀ। ਮੇਰਾ ਨਾਂ ਬਰਖਾ ਹੈ। ਮੇਰਾ ਦੁੱਖ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੈਨੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲਣ ਵਾਲੀ ਸੀ। ਲੇਕਿਨ ਉਹ ਖੁਸ਼ੀ ਕਿਵੇਂ ਮਿਲਣ ਵਾਲੀ ਸੀ, ਉਸ ਦੀ ਇੱਕ ਅਲੱਗ ਕਹਾਣੀ ਆ। ਅੱਜ ਮਾਂ ਬਣਨ ਵਾਲੀ ਸੀ। ਮੈਂ ਆਪਣੀ ਮੰਮੀ ਦੇ ਅੱਗੇ ਹੱਥ ਜੋੜੇ ਤੇ ਕਿਹਾ, ਰੱਬ ਦੇ ਵਾਸਤੇ ਮੈਨੂੰ ਮੇਰੇ ਬੱਚੇ ਦੀ ਇੱਕ ਝਲਕ ਦੇਖਣ ਦਿਓ। ਮੇਰੀ ਮਾਂ ਨੇ ਮੁਸਕਰਾਹਟ ਦੇ ਨਾਲ ਮੇਰੇ ਸਿਰ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਥੋੜ੍ਹੀ ਹੀ ਦੇਰ ਬਾਅਦ ਪ੍ਰਮਾਤਮਾ ਨੇ ਮੇਰੀ ਔਲਾਦ ਮੇਰੀ ਝੋਲੀ ਵਿੱਚ ਪਾ ਦਿੱਤੀ। ਮੈਨੂੰ ਇੰਨੀ ਤਕਲੀਫ ਹੋ ਚੁੱਕੀ ਸੀ ਕਿ ਬੇਹੋਸ਼ ਹੋ ਗਈ। ਲੇਕਿਨ ਆਖਰੀ ਆਵਾਜ਼ ਮੇਰੇ ਕੰਨਾਂ ਵਿੱਚ ਪਈ। ਉਹ ਮੇਰੇ ਬੱਚੇ ਦੇ ਰੋਣ ਦੀ ਆਵਾਜ਼ ਸੀ। ਲੇਕਿਨ ਉਸ ਸਮੇਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਬੱਚੇ ਨੂੰ ਦੇਖ ਸਕਦੀ। ਕਈ ਘੰਟੇ ਸੌਣ ਤੋਂ ਬਾਅਦ ਮੇਰੀ ਅੱਖ ਖੁੱਲ੍ਹੀ ਤੇ ਮੈਂ ਆਪਣੇ ਸਿਰਹਾਣੇ ਮਾਂ ਨੂੰ ਬੈਠੀ ਦੇਖਿਆ। ਮੈਂ ਉੱਠਦੀ ਨੇ ਆਪਣੀ ਮਾਂ ਤੋਂ ਆਪਣੇ ਬੱਚੇ ਬਾਰੇ ਪੁੱਛਿਆ। ਪਹਿਲੀ ਵਾਰ ਪੁੱਛਣ 'ਤੇ ਤਾਂ ਮਾਂ ਚੁੱਪ ਹੀ ਰਹੀ, ਪਰ ਜਦੋਂ ਮੈਂ ਦੂਜੀ ਵਾਰ ਥੋੜ੍ਹਾ ਉੱਚੀ ਆਵਾਜ਼ ਵਿੱਚ ਬੋਲੀ ਤਾਂ ਉਹ ਗੁੰਮਸੁੰਮ ਚਿਹਰੇ ਨਾਲ ਬੋਲੀ ਕਿ ਤੇਰਾ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ। ਇਹ ਸੁਣ ਕੇ ਮੇਰੇ ਸੀਨੇ ਵਿੱਚੋਂ ਚੀਸ ਨਿਕਲੀ ਤੇ ਮੈਂ ਇੱਕਦਮ ਰੌਲਾ ਪਾਉਣ ਲੱਗੀ ਤੇ ਬੋਲੀ ਕਿ ਤੁਸੀਂ ਝੂਠ ਬੋਲ ਰਹੇ ਹੋ। ਅਜਿਹਾ ਨਹੀਂ ਹੋ ਸਕਦਾ। ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਬੱਚੇ ਨਾਲ ਕੁਝ ਗਲਤ ਕੀਤਾ। ਪਰ ਮੇਰੀ ਮਾਂ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਮੈਂ ਉੱਚੀ ਉੱਚੀ ਰੋ ਰਹੀ ਸੀ ਤੇ ਅਚਾਨਕ ਕਿਸੇ ਨੇ ਮੇਰੀ ਬਾਂਹ 'ਤੇ ਆ ਕੇ ਸੂਈ ਚੁਭੋ ਦਿੱਤੀ। ਸ਼ਾਇਦ ਉਹ ਕੋਈ ਨਸ਼ੇ ਦਾ ਇੰਜੈਕਸ਼ਨ ਸੀ। ਮੈਂ ਪੂਰੀ ਤਰ੍ਹਾਂ ਬੇਹੋਸ਼ ਹੋ ਗਈ। ਫਿਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਉਸ ਵਕਤ ਰਾਤ ਹੋ ਚੁੱਕੀ ਸੀ। ਮੇਰੇ ਸਰੀਰ ਵਿੱਚ ਹਿੰਮਤ ਜਵਾਬ ਦੇ ਚੁੱਕੀ ਸੀ, ਪਰ ਮੈਂ ਜਾਣਦੀ ਸੀ ਕਿ ਜੇ ਅੱਜ ਹਿੰਮਤ ਹਾਰੀ ਤਾਂ ਮੈਂ ਕਦੇ ਵੀ ਕੁਝ ਨਹੀਂ ਕਰ ਸਕਦੀ। ਮੈਂ ਹੌਲੀ ਹੌਲੀ ਕਦਮਾਂ ਨਾਲ ਦਰਵਾਜ਼ੇ ਵੱਲ ਗਈ ਤੇ ਬਾਹਰ ਜਾ ਕੇ ਦੇਖਿਆ ਤਾਂ ਮੰਮੀ ਪਾਪਾ ਦੀ ਆਵਾਜ਼ ਸੁਣਾਈ ਦਿੱਤੀ। ਮੰਮੀ ਪਾਪਾ ਸਾਹਮਣੇ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ, ਕੀ ਹੋ ਜਾਂਦਾ ਜੇ ਆਪਾਂ ਉਸ ਬੱਚੇ ਨੂੰ ਰੱਖ ਲੈਂਦੇ। ਮੈਂ ਇਹ ਪਾਪ ਕਿੱਥੇ ਭਰੂੰ? ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਾਪਾ ਨੇ ਮੇਰੀ ਮਾਂ ਨੂੰ ਘੂਰਿਆ ਅਤੇ ਕਿਹਾ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਇਹ ਬਿਨ ਵਿਆਹੀ ਮਾਂ ਦਾ ਬੱਚਾ ਸੀ। ਆਪਾਂ ਲੋਕਾਂ ਨੂੰ ਕੀ ਮੂੰਹ ਦਿਖਾਉਂਦੇ। ਪਾਪਾ ਦੀ ਇਹ ਗੱਲ ਨੇ ਮੈਨੂੰ ਅੰਦਰ ਤੱਕ ਤੋੜ ਦਿੱਤਾ। ਮੇਰੇ ਕਦਮ ਡਗਮਗਾ ਰਹੇ ਸੀ। ਮੈਨੂੰ ਉਸ ਟਾਈਮ ਆਪਣੇ ਮਾਂ-ਬਾਪ ਦੁਨੀਆ ਦੇ ਸਭ ਤੋਂ ਵੱਡੇ ਜ਼ਾਲਮ ਨਜ਼ਰ ਆਉਂਦੇ ਸੀ। ਮੈਂ ਹੌਲੀ ਹੌਲੀ ਉੱਥੋਂ ਨਿਕਲ ਤੁਰੀ, ਨਾ ਜਾਣੇ ਕਿਹੜੇ ਰੋਡ 'ਤੇ ਚੱਲ ਪਈ। ਅੱਖਾਂ ਮੂਹਰੇ ਸਿਰਫ ਮਾਂ-ਬਾਪ ਦੀ ਧੋਖੇਬਾਜ਼ੀ ਵਾਲਾ ਚਿਹਰਾ ਹੀ ਨਜ਼ਰ ਆ ਰਿਹਾ ਸੀ। ਮੈਂ ਧੁੱਪ ਵਿੱਚ ਤੁਰੀ ਜਾਂਦੀ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਆ ਕੇ ਮੇਰੇ ਵਿੱਚ ਵੱਜੀ ਅਤੇ ਮੈਂ ਜ਼ਮੀਨ ਉੱਤੇ ਡਿੱਗ ਪਈ। ਮੈਂ ਆਪਣੇ ਹੋਸ਼ ਹਵਾਸ ਖੋ ਬੈਠੀ ਸੀ। ਮੈਂ ਨਹੀਂ ਜਾਣਦੀ ਸੀ ਕਿ ਅੱਗੇ ਮੇਰੇ ਨਾਲ ਕੀ ਹੋਣ ਵਾਲਾ ਸੀ। ਨਾ ਜਾਣੇ ਕਿੰਨੇ ਘੰਟਿਆਂ ਬਾਅਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਨਰਮ ਨਰਮ ਬੈੱਡ ਉੱਤੇ ਪਈ ਸੀ।
ਮੈਂ ਥੋੜ੍ਹੀ ਜਿਹੀ ਅੱਖ ਖੋਲ੍ਹੀ ਤਾਂ ਇੱਧਰ ਉੱਧਰ ਦੇਖਿਆ। ਆਲੀਸ਼ਾਨ ਬੈੱਡਰੂਮ ਸੀ। ਇਹ ਇੱਕ ਆਲੀਸ਼ਾਨ ਬੈੱਡਰੂਮ ਦੇ ਅੰਦਰ ਮੈਂ ਪਈ ਸੀ। ਮੈਂ ਇੱਕਦਮ ਹੈਰਾਨ ਹੋ ਕੇ ਉੱਠ ਬੈਠੀ। ਨਾ ਜਾਣੇ ਮੈਂ ਕਿੱਧਰੇ ਆ ਗਈ ਸੀ। ਮੈਂ ਬੈੱਡ ਤੋਂ ਉਤਰਨ ਲੱਗੀ ਤਾਂ ਅਚਾਨਕ ਮੇਰੀ ਨਿਗਾਹ ਸਾਈਡ ਟੇਬਲ 'ਤੇ ਰੱਖੀ ਹੋਈ ਪਰਚੀ 'ਤੇ ਪਈ। ਮੈਂ ਉਸ ਨੂੰ ਚੱਕਿਆ ਤੇ ਉਸ ਵਿੱਚ 2-3 ਲਾਈਨਾਂ ਮੇਰੇ ਲਈ ਲਿਖੀਆਂ ਹੋਈਆਂ ਸੀ। ਉਸ ਉੱਪਰ ਲਿਖਿਆ ਹੋਇਆ ਸੀ ਕਿ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ, ਲੇਕਿਨ ਉਸ ਦਿਨ ਮੇਰੀ ਹੀ ਗੱਡੀ ਤੁਹਾਡੇ ਨਾਲ ਟਕਰਾ ਗਈ ਸੀ। ਮੈਂ ਗੱਡੀ ਤੋਂ ਹੇਠਾਂ ਉਤਰਿਆ ਤਾਂ ਤੁਹਾਡੇ ਸਿਰ ਵਿੱਚ ਸੱਟ ਲੱਗੀ ਹੋਈ ਸੀ। ਮੈਨੂੰ ਤੁਹਾਡੇ ਘਰ-ਬਾਰ ਦਾ ਕੋਈ ਪਤਾ ਨਹੀਂ ਸੀ, ਤਾਂ ਕਰਕੇ ਮੈਂ ਤੁਹਾਨੂੰ ਇੱਥੇ ਲੈ ਆਇਆ। ਪਰ ਮੈਨੂੰ ਜ਼ਰੂਰੀ ਕੰਮ ਕਰਕੇ ਸ਼ਹਿਰ ਤੋਂ ਬਾਹਰ ਜਾਣਾ ਪਿਆ। ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਫਰਿੱਜ ਵਿੱਚੋਂ ਸਾਰੀਆਂ ਚੀਜ਼ਾਂ ਰੱਖੀਆਂ, ਪਰ ਜੇ ਤੁਸੀਂ ਚਾਹੋ ਤਾਂ ਮੇਰੇ ਆਉਣ ਤੱਕ ਇੱਥੇ ਰੁਕ ਸਕਦੇ ਹੋ, ਅਤੇ ਜੇ ਤੁਸੀਂ ਜਾਣਾ ਚਾਹੋ ਤਾਂ ਸਾਰੀਆਂ ਚਾਬੀਆਂ ਹੇਠਾਂ ਦਰਾਜ਼ ਵਿੱਚ ਪਈਆਂ। ਇਹ ਸਭ ਪੜ੍ਹ ਕੇ ਮੇਰੇ ਦਿਲ ਵਿੱਚ ਅਜੀਬ ਜਿਹੀ ਤਰਥੱਲੀ ਮੱਚੀ। ਇਹ ਕਿਹੋ ਜਿਹਾ ਇਨਸਾਨ ਆ ਜਿਸ ਨੇ ਮੈਨੂੰ ਭੋਰਾ ਵੀ ਨੁਕਸਾਨ ਨਹੀਂ ਪਹੁੰਚਾਇਆ। ਪਰਚੀ ਵਾਪਸ ਉੱਥੇ ਹੀ ਬੈੱਡ 'ਤੇ ਰੱਖ ਦਿੱਤੀ ਤੇ ਦੁਬਾਰਾ ਬਿਸਤਰ 'ਤੇ ਪੈ ਗਈ। ਮੇਰੇ ਦਿਲ ਵਿੱਚ ਅਜੀਬ ਜਿਹੇ ਸਵਾਲ ਉੱਠ ਰਹੇ ਸੀ। ਸੋਚ ਰਹੀ ਸੀ ਕਿ ਮੈਂ ਇਸ ਮਸੀਹੇ ਨੂੰ ਮਿਲੇ ਬਗੈਰ ਨਹੀਂ ਜਾ ਸਕਦੀ। ਕਰੀਬ 1 ਹਫ਼ਤਾ ਲੰਘ ਗਿਆ। ਮੈਂ ਕਈ ਵਾਰ ਡਰ ਵੀ ਜਾਂਦੀ, ਲੇਕਿਨ ਮੈਂ ਇਹ ਵੀ ਜਾਣਦੀ ਸੀ ਕਿ ਇਸ ਹਵਸ ਭਰੀ ਦੁਨੀਆ ਵਿੱਚ ਇਹੀ ਸਕੂਨ ਭਰਿਆ ਟਿਕਾਣਾ ਸੀ, ਜਿੱਥੇ ਮੈਂ ਸੁਰੱਖਿਅਤ ਸੀ। ਇੱਕ ਦਿਨ ਸਵੇਰੇ ਮੈਂ ਸੌਂ ਕੇ ਉੱਠੀ ਤਾਂ ਮੈਂ ਮਹਿਸੂਸ ਕੀਤਾ ਕਿ ਬਾਹਰ ਕੋਈ ਆਵਾਜ਼ ਆ ਰਹੀ ਸੀ। ਜਦੋਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਨੌਜਵਾਨ ਖੜਾ ਸੀ। ਉਹ ਥੋੜ੍ਹੀ ਜ਼ਿਆਦਾ ਉਮਰ ਦਾ ਸੀ, ਪਰ ਉਸਨੇ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਸੀ, ਜਿਵੇਂ ਕੋਈ ਨੌਜਵਾਨ ਹੋਵੇ। ਉਸਨੇ ਮੇਰੇ ਵੱਲ ਦੇਖਿਆ ਤੇ ਪੁੱਛਿਆ, ਕਿਵੇਂ ਆ ਤੁਹਾਡੀ ਸਿਹਤ? ਮੈਂ ਕਿਹਾ, ਠੀਕ ਆ। ਫਿਰ ਉਹ ਮੇਰੇ ਕੋਲ ਆਇਆ ਤੇ ਬੋਲਿਆ, ਸ਼ਾਇਦ ਮੈਨੂੰ ਲੱਗਿਆ ਤੁਸੀਂ ਇੱਥੋਂ ਚਲੇ ਜਾਵੋਗੇ। ਉਸ ਦੀ ਇਹ ਗੱਲ ਸੁਣ ਕੇ ਮੈਂ ਝੱਟ ਬੋਲ ਪਈ ਤੇ ਕਿਹਾ, ਮੇਰੇ ਕੋਲ ਘਰ ਨਹੀਂ ਜਿੱਥੇ ਮੈਂ ਜਾ ਸਕਦੀ ਸੀ। ਉਹ ਮੁਸਕਰਾ ਕੇ ਬੋਲਿਆ, ਮੇਰਾ ਨਾਮ ਰੋਹਨ ਆ। ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੂੰ ਜਿੰਨਾ ਚਿਰ ਚਾਹੇ ਇੱਥੇ ਰਹਿ ਸਕਦੀ ਆ। ਮੈਂ ਤਾਂ ਵੈਸੇ ਵੀ ਜ਼ਿਆਦਾ ਵਕਤ ਬਾਹਰ ਹੀ ਰਹਿਣਾ। ਉਹਦੀ ਇਹ ਗੱਲ ਸੁਣ ਕੇ ਮੈਨੂੰ ਤਸੱਲੀ ਹੋ ਗਈ, ਕਿਉਂਕਿ ਮੈਨੂੰ ਉਹ ਧੋਖੇਬਾਜ਼ ਆਦਮੀ ਨਹੀਂ ਲੱਗ ਰਿਹਾ ਸੀ। ਮੈਂ ਉੱਥੇ ਰਹਿਣ ਲੱਗੀ ਤੇ ਅਗਲੇ ਦਿਨ ਉਹ ਚਲਿਆ ਗਿਆ। ਉਹ ਹਫ਼ਤੇ ਵਿੱਚ 1 ਦਿਨ ਆਉਂਦਾ ਤੇ ਚਲਿਆ ਜਾਂਦਾ। ਇਸ ਤਰ੍ਹਾਂ 2 ਮਹੀਨੇ ਲੰਘ ਚੁੱਕੇ ਸੀ। ਇੱਕ ਦਿਨ ਅਚਾਨਕ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਡਰ ਗਈ। ਉਸਨੇ ਕਿਹਾ, ਘਬਰਾਓ ਨਾ, ਮੈਂ ਇੱਕ ਜ਼ਰੂਰੀ ਗੱਲ ਕਰਨੀ ਆ। ਮੈਂ ਤੈਨੂੰ ਉਸ ਰਾਤ ਦੇਖਿਆ ਸੀ। ਉਦੋਂ ਦਾ ਮੈਂ ਤੈਨੂੰ ਪਸੰਦ ਕਰਨ ਲੱਗਾ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਲੇਕਿਨ ਇਸ ਤੋਂ ਪਹਿਲਾਂ ਮੈਂ ਤੈਨੂੰ ਆਪਣੀ ਜ਼ਿੰਦਗੀ ਬਾਰੇ ਦੱਸਣਾ ਚਾਹੁੰਦਾ। ਮੈਂ ਸ਼ਾਦੀशुदा, ਮੇਰਾ ਇੱਕ ਬੇਟਾ। ਮੇਰੀ ਪਤਨੀ ਕੁਝ ਟਾਈਮ ਪਹਿਲਾਂ ਮੈਨੂੰ ਛੱਡ ਕੇ ਭੱਜ ਗਈ। ਉਸ ਦੀ ਸੱਚਾਈ ਕਾਫੀ ਪਰੇਸ਼ਾਨ ਕਰ ਦੇਣ ਵਾਲੀ ਸੀ, ਪਰ ਮੇਰੀ ਹਕੀਕਤ ਤਾਂ ਇਸ ਤੋਂ ਵੀ ਜ਼ਿਆਦਾ ਬੁਰੀ ਸੀ। ਉਸਨੇ ਮੈਨੂੰ ਪੁੱਛਿਆ, ਜੇ ਤੂੰ ਮੈਨੂੰ ਚਾਹੇ ਤਾਂ ਆਪਣੇ ਬਾਰੇ ਵੀ ਦੱਸ ਸਕਦੀ ਆਂ। ਮੈਂ ਉਹਨੂੰ ਆਪਣੀਆਂ ਗਿੱਲੀਆਂ ਅੱਖਾਂ ਨਾਲ ਦੇਖਿਆ ਤੇ ਦੱਸਣ ਲੱਗੀ, ਮੇਰਾ ਨਾਮ ਬਰਖਾ। ਮੈਂ ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਆ, ਲੇਕਿਨ ਮੇਰੀ ਬਦਕਿਸਮਤੀ ਇਹ ਆ ਕਿ ਮੈਂ ਇੱਕ ਮੁੰਡੇ ਨੂੰ ਪਿਆਰ ਕਰ ਬੈਠੀ। ਉਸ ਦੀ ਮੁਹੱਬਤ ਵਿੱਚ ਮੁਲਾਕਾਤਾਂ ਦਾ ਸਿਲਸਿਲਾ ਇੰਨਾ ਵੱਧ ਗਿਆ ਕਿ ਮੈਂ ਪ੍ਰੈਗਨੈਂਟ ਹੋ ਗਈ, ਲੇਕਿਨ ਉਸ ਮੁੰਡੇ ਨੇ ਮੇਰੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਮੇਰੇ ਮਾਂ-ਬਾਪ ਉਸ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ। ਫਿਰ ਮੇਰੇ ਇੱਕ ਮੁੰਡਾ ਹੋਇਆ, ਉਸ ਨੂੰ ਵੀ ਉਹਨਾਂ ਨੇ ਲਾਪਤਾ ਕਰ ਦਿੱਤਾ। ਹੁਣ ਮੇਰੇ ਨਾਂ ਤਾਂ ਅੱਗੇ ਆ ਕੋਈ ਤੇ ਨਾ ਹੀ ਪਿੱਛੇ, ਅਤੇ ਨਾ ਹੀ ਮੇਰੇ ਕੋਲ ਕੋਈ ਹੋਰ ਟਿਕਾਣਾ। ਹੁਣ ਮੈਨੂੰ ਸਿਰਫ ਇਹੀ ਦੁੱਖ ਆ ਕਿ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਤੇ ਮੈਂ ਉਹਦਾ ਮੂੰਹ ਵੀ ਨਹੀਂ ਦੇਖ ਸਕੀ। ਮੇਰੀ ਇਹ ਗੱਲ ਕਹਿੰਦੇ ਉਸਨੇ ਅੱਖਾਂ ਵਿੱਚੋਂ ਚਮਕ ਉੱਭਰ ਆਈ ਤੇ ਬੋਲਿਆ ਕਿ ਤੂੰ ਇੱਕ ਬੇਟੇ ਨੂੰ ਜਨਮ ਦਿੱਤਾ ਸੀ? ਮੈਂ ਉਸ ਨੂੰ ਕਿਹਾ, ਹਾਂ, ਪਰ ਮੈਂ ਉਸ ਦਾ ਮੂੰਹ ਤੱਕ ਨਹੀਂ ਦੇਖਿਆ। ਉਸ ਨੇ ਕਿਹਾ, ਤੂੰ ਫਿਕਰ ਨਾ ਕਰ, ਆਪਾਂ ਦੋਨੋਂ ਵਿਆਹ ਕਰਾਂਗੇ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਨੇ ਮੇਰੀ ਹਕੀਕਤ ਨਾਲ ਮੈਨੂੰ ਕਬੂਲ ਲਿਆ ਸੀ। ਫਿਰ ਅਸੀਂ ਇੱਕ ਮੰਦਰ ਵਿੱਚ ਜਾ ਕੇ ਵਿਆਹ ਕਰ ਲਿਆ ਤੇ ਪਤੀ ਪਤਨੀ ਬਣ ਗਏ। ਵਿਆਹ ਦੀ ਪਹਿਲੀ ਰਾਤ ਉਹ ਮੇਰੇ ਲਈ ਬਦਾਮ ਵਾਲਾ ਦੁੱਧ ਬਣਾ ਕੇ ਲਿਆਇਆ ਤੇ ਮੈਨੂੰ ਬੜੇ ਹੀ ਪਿਆਰ ਨਾਲ ਪਿਆਇਆ।
ਦਿਨ ਲੰਘਦੇ ਗਏ ਤੇ ਮੈਂ ਪ੍ਰੈਗਨੈਂਟ ਹੋ ਗਈ। ਇੱਕ ਦਿਨ ਮੈਂ ਉਸ ਨਾਲ ਜ਼ਿੱਦ ਕੀਤੀ ਕਿ ਮੈਂ ਤੇਰੇ ਮਾਂ-ਬਾਪ ਨੂੰ ਮਿਲਣਾ, ਪਰ ਉਸਨੇ ਕਿਹਾ ਤੂੰ ਨਹੀਂ ਮਿਲ ਸਕਦੀ। ਮੈਂ ਉਸ ਨਾਲ ਫਿਰ ਤੋਂ ਜ਼ਿੱਦ ਕੀਤੀ ਤਾਂ ਉਸਨੇ ਕਿਹਾ ਤੈਨੂੰ ਇੱਕ ਵਾਅਦਾ ਕਰਨਾ ਪਊ, ਫਿਰ ਵੀ ਮੈਂ ਤੈਨੂੰ ਆਪਣੇ ਘਰ ਵਾਲਿਆਂ ਨੂੰ ਨਾਲ ਮਿਲਵਾਊਂ। ਮੈਂ ਉਹਨੂੰ ਕਿਹਾ ਮੈਂ ਵਾਅਦਾ ਕਰਦੀ ਹਾਂ, ਤੁਸੀਂ ਮੈਨੂੰ ਦੱਸੋ ਕੀ ਕਰਨਾ ਹੋਊ। ਰੋਹਨ ਨੇ ਕਿਹਾ ਮੈਂ ਤੈਨੂੰ ਆਪਣੇ ਦੋਸਤ ਦੀ ਪਤਨੀ ਬਣਾ ਕੇ ਘਰ ਲੈ ਕੇ ਜਾਵਾਂਗਾ, ਫਿਰ ਹੌਲੀ-ਹੌਲੀ ਉਹ ਤੈਨੂੰ ਪਸੰਦ ਕਰਨ ਲੱਗਣਗੇ ਤਾਂ ਮੈਂ ਖੁਦ ਉਹਨਾਂ ਨੂੰ ਦੱਸ ਦਿਉਂ। ਇਹ ਗੱਲ ਸੁਣ ਕੇ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ ਤੇ ਮੈਂ ਚੁੱਪਚਾਪ ਜਾ ਕੇ ਪੈਕਿੰਗ ਕਰਨ ਲੱਗੀ। ਅਗਲੇ ਦਿਨ ਉਸ ਦੇ ਘਰ ਜਾ ਪਹੁੰਚੇ। ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਆਖਰਕਾਰ ਇੱਕ ਆਲੀਸ਼ਾਨ ਹਵੇਲੀ ਦੇ ਸਾਹਮਣੇ ਜਾ ਕੇ ਗੱਡੀ ਖੜ੍ਹ ਗਈ। ਹਵੇਲੀ ਦੀ ਸ਼ਾਨੋ ਸ਼ੌਕਤ ਦੇਖ ਕੇ ਮੇਰੀਆਂ ਨਜ਼ਰਾਂ ਅੱਡੀਆਂ ਰਹਿ ਗਈਆਂ। ਉਹ ਘਰ ਨਹੀਂ ਬਲਕਿ ਇੱਕ ਮਹਿਲ ਸੀ, ਸੁਪਨਿਆਂ ਦਾ ਮਹਿਲ। ਉਹ ਮਹਿਲ ਜੋ ਹਰ ਲੜਕੀ ਆਪਣੇ ਸੁਪਨੇ ਦੇ ਵਿੱਚ ਦੇਖਦੀ ਆ। ਮੈਂ ਇਸ ਹੈਰਾਨੀ ਦੇ ਨਾਲ ਹੀ ਗੱਡੀ ਵਿੱਚੋਂ ਉਤਰੀ ਤੇ ਰੋਹਨ ਮੇਰੇ ਨਾਲ ਸੀ। ਰੋਹਨ ਨੇ ਅੰਦਰ ਜਾ ਕੇ ਮੈਨੂੰ ਆਪਣੀ ਮਾਂ ਅਤੇ ਬੇਟੇ ਨਾਲ ਮਿਲਵਾਇਆ। ਉਸ ਦੀ ਮਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਹਾਲ-ਚਾਲ ਪੁੱਛਿਆ। ਰੋਹਨ ਦਾ ਬੇਟਾ ਮੈਨੂੰ ਦੂਰ ਤੋਂ ਹੀ ਦੇਖਦਾ ਰਿਹਾ ਤੇ ਦੂਜੀ ਤਰਫ ਮੂੰਹ ਕਰਕੇ ਚਲਿਆ ਗਿਆ, ਜਿਵੇਂ ਉਹ ਮੇਰੇ ਤੋਂ ਨਾਰਾਜ਼ ਹੋਵੇ। ਮੈਨੂੰ ਉਸ ਦਾ ਇਹ ਰਵੱਈਆ ਬਹੁਤ ਹੀ ਅਜੀਬ ਲੱਗਿਆ। ਰੋਹਨ ਦਾ ਬੇਟਾ ਤਾਂ ਮੈਨੂੰ ਜ਼ਿਆਦਾ ਹੀ ਪਰੇਸ਼ਾਨ ਕਰ ਰਿਹਾ ਸੀ, ਕਿਉਂਕਿ ਉਸ ਦੀ ਉਮਰ ਮੇਰੇ ਨਾਲੋਂ 2 ਸਾਲ ਵੱਡੀ ਸੀ। ਰੋਹਨ ਦੀ ਉਮਰ 40 ਸਾਲ ਦੀ ਸੀ, ਫਿਰ ਉਸ ਦਾ ਬੇਟਾ ਇੰਨਾ ਵੱਡਾ ਕਿਵੇਂ ਹੋ ਸਕਦਾ। ਖੈਰ, ਫਿਰ ਮੈਂ ਰੋਹਨ ਆਪਣੇ ਕਮਰੇ ਵਿੱਚ ਲੈ ਗਿਆ। ਘਰ ਵਿੱਚ ਉਸਨੇ ਮੇਰੀ ਪਹਿਚਾਣ ਆਪਣੇ ਦੋਸਤ ਦੀ ਪਤਨੀ ਦੱਸਿਆ ਸੀ, ਇਸ ਕਰਕੇ ਅਸੀਂ ਦੋਨੋਂ ਇੱਕ ਕਮਰੇ ਵਿੱਚ ਨਹੀਂ ਰਹਿ ਸਕਦੇ ਸੀ। ਪਰ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਇਸ ਕਮਰੇ ਵਿੱਚੋਂ ਬਾਹਰ ਨਾ ਨਿਕਲੀ ਤੇ ਇਸ ਹਵੇਲੀ ਤੋਂ ਬਾਹਰ ਤਾਂ ਕਦਮ ਵੀ ਨਾ ਰੱਖੀ। ਇਹ ਸੁਣ ਕੇ ਮੈਂ ਥੋੜ੍ਹੀ ਹੈਰਾਨ ਜਿਹੀ ਹੋਈ, ਪਰ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਹ ਉੱਥੋਂ ਚਲੇ ਗਏ। ਉਸ ਰਾਤ ਮੈਨੂੰ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉੱਠ ਕੇ ਬੈਠ ਗਈ ਤੇ ਰੋਹਨ ਨੂੰ ਫੋਨ ਕੀਤਾ ਕਿ ਮੈਨੂੰ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਤਾਂ ਉਸਨੇ ਕਿਹਾ ਮੈਨੂੰ ਤਾਂ ਕੋਈ ਰੋਣ ਦੀ ਆਵਾਜ਼ ਨਹੀਂ ਆਈ। ਉਸਨੇ ਕਿਹਾ ਤੇਰਾ ਵਹਿਮ ਆ, ਮੈਨੂੰ ਉਹ ਝੂਠ ਬੋਲਦਾ ਲੱਗ ਰਿਹਾ ਸੀ। ਉਸਨੇ ਮੈਨੂੰ ਦੁੱਧ ਦਾ ਗਲਾਸ ਪਿਆ ਕੇ ਸੁਆ ਦਿੱਤਾ। ਅਗਲੀ ਸਵੇਰ ਹੋਈ ਤਾਂ ਰੋਹਨ ਦਾ ਬੇਟਾ ਮੇਰੇ ਤੋਂ ਉਖੜਿਆ ਲੱਗ ਰਿਹਾ ਸੀ। ਮੈਂ 1-2 ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਨਜ਼ਰਅੰਦਾਜ਼ ਕਰ ਦਿੰਦਾ। ਖੈਰ, ਮੈਂ ਉਸ ਦੁਪੱਟੇ ਵਾਲੀ ਗੱਲ ਨੂੰ ਭੁੱਲ ਚੁੱਕੀ ਸੀ। ਦੂਜੇ ਦਿਨ ਸਵੇਰੇ ਜਦੋਂ ਮੈਂ ਉੱਠੀ ਤਾਂ ਮੇਰੇ ਪੈਰ ਦੁਪੱਟੇ ਨਾਲ ਬੰਨ੍ਹੇ ਹੋਏ ਸੀ। ਮੇਰੇ ਦਿਲ ਵਿੱਚੋਂ ਅਜੀਬ ਜਿਹੇ ਖਿਆਲ ਉੱਠਣ ਲੱਗੇ। ਅਗਲੇ ਦਿਨ ਉਹ ਰੋਣ ਦੀਆਂ ਆਵਾਜ਼ਾਂ ਤਾਂ ਨਹੀਂ ਆ ਰਹੀਆਂ ਸੀ, ਪਰ ਇਹ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਸੀ। ਇਸ ਤੋਂ ਮੈਨੂੰ ਡਰ ਲੱਗਣ ਲੱਗ ਗਿਆ। ਰੋਹਨ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਸਾਰੀਆਂ ਸਮੱਸਿਆਵਾਂ ਉਸ ਨੂੰ ਦੱਸੀਆਂ। ਉਸਨੇ ਚਿਹਰੇ 'ਤੇ ਥੋੜ੍ਹਾ ਜਿਹਾ ਡਰ ਮਹਿਸੂਸ ਹੋ ਰਿਹਾ ਸੀ। ਉਸਨੇ ਕਿਹਾ ਮੇਰਾ ਸ਼ੱਕ ਸਹੀ ਨਿਕਲਿਆ। ਮੈਂ ਇੱਕਦਮ ਪਰੇਸ਼ਾਨ ਹੋ ਕੇ ਬੋਲੀ, ਕਿਹੋ ਜਿਹਾ ਸ਼ੱਕ? ਉਸਨੇ ਕਿਹਾ ਇਸ ਹਵੇਲੀ ਵਿੱਚੋਂ ਪਹਿਲਾਂ ਵੀ ਅਜਿਹੀਆਂ ਅਜੀਬ ਹਰਕਤਾਂ ਹੁੰਦੀਆਂ ਰਹਿੰਦੀਆਂ ਸੀ। ਇਹ ਸੁਣ ਕੇ ਜਿਵੇਂ ਮੇਰੇ ਜਿਸਮ ਵਿੱਚੋਂ ਜਾਨ ਹੀ ਨਿਕਲ ਗਈ। ਫਿਰ ਉਹਨੇ ਮੈਨੂੰ ਤਸੱਲੀ ਦਿੰਦੇ ਹੋਏ ਮੇਰਾ ਹੱਥ ਫੜਿਆ ਤੇ ਕਿਹਾ ਤੂੰ ਫਿਕਰ ਨਾ ਕਰ, ਜਿਵੇਂ ਹੀ ਆਪਣਾ ਬੇਟਾ ਪੈਦਾ ਹੋਵੇਗਾ ਆਪਾਂ ਇੱਥੋਂ ਚਲੇ ਜਾਵਾਂਗੇ। ਉਸ ਦੀ ਗੱਲ ਸੁਣ ਕੇ ਮੈਨੂੰ ਥੋੜ੍ਹੀ ਤਸੱਲੀ ਜਿਹੀ ਹੋਈ। ਮੈਂ ਪਾਣੀ ਦਾ ਗਲਾਸ ਚੁੱਕਣ ਲਈ ਸਾਈਡ ਟੇਬਲ 'ਤੇ ਹੱਥ ਰੱਖਿਆ ਤਾਂ ਮੈਨੂੰ ਖਿੜਕੀ ਵਿੱਚੋਂ ਰੋਹਨ ਦਾ ਬੇਟਾ ਨਜ਼ਰ ਆਇਆ। ਜਿਵੇਂ ਹੀ ਮੇਰੀ ਨਿਗਾਹ ਉਸ ਉੱਤੇ ਪਈ ਤਾਂ ਉਹ ਭੱਜ ਗਿਆ। ਸ਼ਾਇਦ ਉਹ ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੇਰਾ ਦਿਮਾਗ ਅਜੀਬ ਜਿਹੀਆਂ ਉਲਝਣਾਂ ਵਿੱਚ ਫਸਿਆ ਹੋਇਆ ਸੀ ਕਿ ਇਹ ਕੀ ਚੱਕਰ ਆ। ਕਿਤੇ ਚਿੰਟੂ ਨੂੰ ਇਹ ਪਤਾ ਤਾਂ ਨਹੀਂ ਲੱਗ ਗਿਆ, ਕਿਤੇ ਸਾਡੇ ਬਾਰੇ ਉਹ ਘਰ ਵਾਲਿਆਂ ਨੂੰ ਨਾ ਦੱਸ ਦੇ। ਮੈਂ ਸੋਚਿਆ ਅਗਲੇ ਦਿਨ ਮੈਂ ਉਸ ਨਾਲ ਗੱਲ ਕਰੂੰਗੀ। ਉਸ ਤੋਂ ਪਹਿਲਾਂ ਹੀ ਉਹ ਮੇਰੇ ਕਮਰੇ ਵਿੱਚ ਆ ਗਿਆ। ਉਹਦੇ ਚਿਹਰੇ ਉੱਤੇ ਅਜੀਬ ਜਿਹੀ ਸ਼ਿਕਾਇਤ ਸੀ। ਥੋੜ੍ਹੀ ਦੇਰ ਤਾਂ ਚਿੰਟੂ ਚੁੱਪ ਰਿਹਾ ਤੇ ਫਿਰ ਬੋਲਿਆ ਮੈਨੂੰ ਪਤਾ ਰੋਹਨ ਚਾਚੂ ਤੇ ਤੁਹਾਡੇ ਵਿੱਚ ਕੀ ਰਿਸ਼ਤਾ। ਉਸ ਦੇ ਮੂੰਹ ਵਿੱਚੋਂ ਰੋਹਨ ਚਾਚੂ ਦਾ ਸ਼ਬਦ ਸੁਣ ਕੇ ਮੈਨੂੰ ਹੈਰਾਨੀ ਹੋਈ। ਮੈਂ ਉਸ ਨੂੰ ਕਿਹਾ ਰੋਹਨ ਚਾਚਾ? ਉਹ ਬੋਲਿਆ ਹਾਂਜੀ, ਰੋਹਨ ਮੇਰਾ ਚਾਚਾ, ਮੈਂ ਉਸ ਦਾ ਬੇਟਾ ਨਹੀਂ ਬਲਕਿ ਉਸ ਦੇ ਭਰਾ ਦਾ ਬੇਟਾ, ਜਿਸ ਨੂੰ ਉਹਨੇ ਬਹੁਤ ਸਾਲ ਪਹਿਲਾਂ ਜਾਇਦਾਦ ਦੇ ਚੱਕਰ ਵਿੱਚ ਮਾਰ ਦਿੱਤਾ ਸੀ। ਇਹ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਮੈਂ ਉਹਦੇ ਵੱਲ ਘੂਰਦੇ ਹੋਏ ਦੇਖਿਆ ਕੀ ਬਕਵਾਸ ਕਰ ਰਿਹਾ।
ਫਿਰ ਉਸਨੇ ਕਿਹਾ, ਮੈਂ ਕੋਈ ਬਕਵਾਸ ਨਹੀਂ ਕਰ ਰਿਹਾ, ਇਹ ਸੱਚਾਈ ਆ। ਰੋਹਨ ਚਾਚਾ ਤੁਹਾਡੇ ਤੋਂ ਪਹਿਲਾਂ 3 ਔਰਤਾਂ ਨੂੰ ਲਿਆ ਚੁੱਕਿਆ, ਸਿਰਫ ਇਹ ਕਹਿ ਕੇ ਕਿ ਇਹ ਉਸਦੇ ਦੋਸਤਾਂ ਦੀਆਂ ਪਤਨੀਆਂ। ਲੇਕਿਨ ਇਹ ਆਦਮੀ ਉਹਨਾਂ ਨੂੰ ਸਿਰਫ ਬੇਟੇ ਦੇ ਲਾਲਚ ਵਿੱਚ ਲੈ ਕੇ ਆਇਆ ਸੀ ਅਤੇ ਜਦੋਂ ਬੇਟਾ ਨਾ ਹੁੰਦਾ ਤਾਂ ਉਹਨਾਂ ਨੂੰ ਗਾਇਬ ਕਰ ਦਿੰਦਾ। ਕੋਈ ਨਹੀਂ ਜਾਣਦਾ ਉਹ ਕਿੱਧਰ ਗਈਆਂ। ਲੇਕਿਨ ਇੱਕ ਗੱਲ ਆ, ਰਾਤ ਦੇ ਸਮੇਂ ਹਵੇਲੀ ਵਿੱਚੋਂ ਬਾਹਰ ਨਿਕਲਣ ਦੀ ਇਜਾਜ਼ਤ ਕਿਸੇ ਨੂੰ ਨਹੀਂ। ਮੈਂ ਕਿਹਾ, ਮੈਂ ਕਿਵੇਂ ਯਕੀਨ ਕਰ ਲਵਾਂ ਤੇਰੀਆਂ ਗੱਲਾਂ 'ਤੇ? ਉਸਨੇ ਕਿਹਾ, ਯਕੀਨ ਨਹੀਂ ਆਉਂਦਾ ਤਾਂ ਅੱਜ ਰਾਤ ਨੂੰ ਕਮਰੇ ਵਿੱਚੋਂ ਬਾਹਰ ਨਿਕਲ ਕੇ ਦੇਖ ਲੈਣਾ। ਫਿਰ ਰੋਹਨ ਚਾਚਾ ਦਾ ਰਵੱਈਆ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਿਓ ਤੇ ਉਹ ਦੁਪੱਟਾ ਜੋ ਤੁਹਾਡੇ ਪੈਰਾਂ ਵਿੱਚ ਬੰਨ੍ਹਿਆ ਜਾਂਦਾ ਸੀ ਤਾਂ ਕਿ ਤੁਸੀਂ ਉੱਠਣ ਲੱਗੋ ਤਾਂ ਡਿੱਗ ਪਵੋ ਅਤੇ ਚੱਲਣ ਦੇ ਕਾਬਿਲ ਨਾ ਰਹੋ। ਉਸਦੇ ਹਰ ਸ਼ਬਦ ਨੇ ਮੇਰੇ ਅੰਦਰ ਸਨਸਨੀ ਬਖੇਰ ਦਿੱਤੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੜਕਦੀ ਧੁੱਪ ਵਿੱਚ ਖੜੀ ਹੋਵਾਂ। ਮੈਂ ਉਸਦੀਆਂ ਗੱਲਾਂ 'ਤੇ ਵਿਸ਼ਵਾਸ ਨਾ ਕੀਤਾ ਅਤੇ ਅੱਗੇ ਹੋ ਕੇ ਉਸਦਾ ਗਲਾ ਫੜ ਲਿਆ। ਮੈਂ ਉਸਨੂੰ ਕਿਹਾ, ਤੂੰ ਝੂਠ ਬੋਲ ਰਿਹਾ, ਜਾਂ ਭੱਜ ਜਾ। ਉਸਨੇ ਬੜੀ ਹੀ ਤਸੱਲੀ ਨਾਲ ਮੇਰੇ ਤੋਂ ਆਪਣਾ ਗਲਾਵਾਂ ਛਡਵਾਇਆ ਅਤੇ ਬੋਲਿਆ, ਜੇ ਤੁਹਾਨੂੰ ਮੇਰੀਆਂ ਗੱਲਾਂ 'ਤੇ ਯਕੀਨ ਨਹੀਂ ਤਾਂ ਅੱਜ ਦੁੱਧ ਦਾ ਗਲਾਸ ਨਾ ਪੀਣਾ, ਕਿਉਂਕਿ ਉਸਦੇ ਵਿੱਚ ਉਹ ਨਸ਼ਾ ਮਿਲਾਉਂਦਾ ਤੇ ਉਸ ਤੋਂ ਬਾਅਦ ਉਹ ਤੁਹਾਡੇ ਪੈਰ ਵੀ ਬੰਨ੍ਹ ਦਿੰਦਾ। ਉਸਦੀਆਂ ਇਹ ਗੱਲਾਂ ਨੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ। ਮੈਂ ਉਸਨੂੰ ਇੰਨਾ ਹੀ ਕਿਹਾ ਕਿ ਤੂੰ ਇੱਥੋਂ ਚਲਿਆ ਜਾ, ਮੈਂ ਸੱਚ ਤੱਕ ਆਪੇ ਪਹੁੰਚ ਜਾਊਂ। ਉਹ ਉੱਥੋਂ ਉੱਠ ਕੇ ਚਲਿਆ ਗਿਆ ਤੇ ਮੇਰਾ ਦਿਲ ਪ੍ਰਾਰਥਨਾਵਾਂ ਕਰਨ ਲੱਗਿਆ, ਰੱਬ ਕਰੇ ਸਭ ਸੱਚ ਨਾ ਹੋਵੇ। ਇਹ ਦਿਨ ਮੈਂ ਕਿਵੇਂ ਗੁਜ਼ਾਰਿਆ ਮੈਨੂੰ ਹੀ ਪਤਾ। ਰਾਤ ਹੁੰਦੇ ਹੀ ਰੋਹਨ ਮੇਰੇ ਲਈ ਦੁੱਧ ਦਾ ਗਲਾਸ ਲੈ ਕੇ ਆਇਆ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਮੈਂ ਉਸਨੂੰ ਕਿਹਾ, ਮੈਂ ਅੱਜ ਦੁੱਧ ਨਹੀਂ ਪੀਣਾ। ਤਾਂ ਉਸਨੇ ਕਿਹਾ, ਤੈਨੂੰ ਪੀਣਾ ਹੀ ਪਊ। ਮੈਂ ਉਸਨੂੰ ਕਿਹਾ, ਜੇ ਮੈਂ ਦੁੱਧ ਪੀ ਲਿਆ ਤਾਂ ਮੇਰੀ ਤਬੀਅਤ ਖਰਾਬ ਹੋ ਸਕਦੀ ਆ, ਉਸ ਨਾਲ ਆਪਣੇ ਬੱਚੇ ਨੂੰ ਵੀ ਕੁਝ ਹੋ ਸਕਦਾ। ਇਹ ਸੁਣਦੇ ਹੀ ਉਸਨੇ ਗਲਾਸ ਮੇਜ਼ 'ਤੇ ਰੱਖ ਦਿੱਤਾ। ਉਸਨੇ ਕਿਹਾ, ਠੀਕ ਆ, ਜਿਵੇਂ ਤੂੰ ਚਾਹੇਂਗੀ। ਮੈਨੂੰ ਲੱਗਿਆ ਉਹ ਪਹਿਲਾਂ ਨਾਲੋਂ ਅੱਜ ਚਕੰਨਾ। ਮੈਂ ਪੂਰੀ ਰਾਤ ਜਾਗਦੀ ਰਹੀ ਤੇ ਮੇਰੇ ਕੰਨਾਂ ਵਿੱਚ ਉਹ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਰਾਤ ਦੇ 2 ਵਜੇ ਸੀ। ਰੋਹਨ ਆਪਣੇ ਕਮਰੇ ਵਿੱਚੋਂ ਉੱਠਿਆ ਤੇ ਰਸੋਈ ਵਿੱਚ ਚਲਿਆ ਗਿਆ। ਰਸੋਈ ਵਿੱਚੋਂ ਉਸਨੇ ਖਾਣਾ ਲਿਆ। ਮੈਂ ਵੀ ਉਸਦੇ ਪਿੱਛੇ-ਪਿੱਛੇ ਜਾ ਰਹੀ ਸੀ। ਪੌੜੀਆਂ ਦੇ ਹੇਠੋਂ ਇੱਕ ਗੇਟ ਖੋਲ੍ਹਿਆ ਅਤੇ ਉਸਦੇ ਅੰਦਰ ਚਲਿਆ ਗਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਉੱਥੇ ਖੜ ਕੇ ਆਵਾਜ਼ਾਂ ਸੁਣਨ ਲੱਗੀ। ਰੋਹਨ ਦੇ ਅੰਦਰ ਜਾਂਦੇ ਹੀ ਰੋਣ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਅੰਦਰੋਂ ਔਰਤਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਔਰਤਾਂ ਰੋਹਨ ਕੋਲ ਬੇਨਤੀਆਂ ਕਰ ਰਹੀਆਂ ਸੀ, ਰੱਬ ਦੇ ਵਾਸਤੇ ਸਾਨੂੰ ਇੱਥੋਂ ਕੱਢ ਦੇ। ਰੋਹਨ ਬਹੁਤ ਹੀ ਗੰਦੀ ਤਰ੍ਹਾਂ ਹੱਸ ਰਿਹਾ ਸੀ। ਇਹ ਸੁਣ ਕੇ ਮੈਨੂੰ ਡਰ ਲੱਗਣ ਲੱਗ ਗਿਆ। ਮੈਂ ਜਲਦੀ-ਜਲਦੀ ਆਪਣੇ ਕਮਰੇ ਵਿੱਚ ਆ ਗਈ ਤੇ ਚਿੰਟੂ ਵੀ ਮੇਰੇ ਕਮਰੇ ਵਿੱਚ ਆ ਗਿਆ। ਮੇਰੀ ਹਾਲਤ ਦੇਖ ਕੇ ਬੋਲਿਆ, ਅਜੇ ਕੋਈ ਸ਼ੱਕ ਬਾਕੀ ਆ? ਮੈਂ ਡਰਦੀ ਹੋਈ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਅਤੇ ਉਸਨੂੰ ਕਿਹਾ, ਮੈਨੂੰ ਇੱਥੋਂ ਕੱਢ ਦੇ। ਮੈਂ ਅਤੇ ਰੋਹਨ ਨੇ ਇੱਕ ਪਲਾਨ ਬਣਾਇਆ, ਪਰ ਮੈਂ ਰੋਹਨ ਦੀ ਇਜਾਜ਼ਤ ਤੋਂ ਬਿਨਾਂ ਇੱਥੋਂ ਬਾਹਰ ਨਹੀਂ ਨਿਕਲ ਸਕਦੀ ਸੀ, ਕਿਉਂਕਿ ਮੇਰੇ ਉੱਪਰ ਬਹੁਤ ਵੱਡੀ ਨਿਗਰਾਨੀ ਰੱਖੀ ਹੋਈ ਸੀ। ਅਗਲੇ ਦਿਨ ਮੈਂ ਉਹਨੂੰ ਕਿਹਾ, ਮੇਰੀ ਤਬੀਅਤ ਖਰਾਬ ਲੱਗ ਰਹੀ ਆ, ਮੈਨੂੰ ਕਿਸੇ ਡਾਕਟਰ ਕੋਲ ਲੈ ਚੱਲੋ। ਜੇ ਮੈਨੂੰ ਲੈ ਕੇ ਨਾ ਗਏ ਤਾਂ ਆਪਣੇ ਬੱਚੇ ਨੂੰ ਕੁਝ ਵੀ ਹੋ ਸਕਦਾ। ਇਹ ਸੁਣਦੇ ਹੀ ਉਹ ਰਾਜ਼ੀ ਹੋ ਗਿਆ ਤੇ ਮੈਨੂੰ ਡਾਕਟਰ ਦੇ ਕੋਲ ਲੈ ਗਿਆ। ਪਰ ਮੇਰਾ ਤਾਂ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉੱਥੇ ਜਾ ਕੇ ਮੈਂ ਆਪਣੀ ਬਾਜੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਪੁਲਿਸ ਨੇ ਛਾਪਾ ਮਾਰ ਦਿੱਤਾ। ਉਹਨਾਂ ਦੇ ਨਾਲ ਰੋਹਨ ਦੀਆਂ 3 ਪਤਨੀਆਂ ਹੋਰ ਵੀ ਸੀ। ਸ਼ਾਇਦ ਉਹਨਾਂ ਨੇ ਪਹਿਲਾਂ ਹੀ ਉਸ ਦੇ ਖਿਲਾਫ ਗਵਾਹੀ ਦੇ ਦਿੱਤੀ ਸੀ ਅਤੇ ਰੋਹਨ ਨੂੰ ਦਿਮਾਗੀ ਮਰੀਜ਼ ਦੱਸਿਆ ਸੀ। ਰੋਹਨ ਗੁੱਸੇ ਵਿੱਚ ਅੱਗ ਬਬੂਲਾ ਹੋ ਚੁੱਕਿਆ ਸੀ। ਪੁਲਿਸ ਰੋਹਨ ਨੂੰ ਫੜ ਕੇ ਲੈ ਗਈ ਤੇ ਮੇਰੇ ਦਿਲ ਵਿੱਚ ਇੱਕ ਸਕੂਨ ਦੀ ਲਹਿਰ ਉੱਠ ਚੁੱਕੀ ਸੀ। ਉਹ ਤਿੰਨੋਂ ਔਰਤਾਂ ਆਪਣੇ-ਆਪਣੇ ਘਰ ਚਲੀਆਂ ਗਈਆਂ ਤੇ ਮੈਂ ਅਨਾਥ ਆਸ਼ਰਮ ਵਿੱਚ ਚਲੀ ਗਈ। ਹੁਣ ਮੇਰੀ ਜ਼ਿੰਦਗੀ ਵਿੱਚੋਂ ਕੋਈ ਪਰੇਸ਼ਾਨੀ ਨਹੀਂ ਸੀ। ਮੇਰਾ ਬੱਚਾ ਵੀ ਮੇਰੇ ਕੋਲ ਹੀ ਸੀ। ਥੋੜ੍ਹੇ ਦਿਨਾਂ ਬਾਅਦ ਚਿੰਟੂ ਮੇਰੇ ਕੋਲ ਆਇਆ ਤੇ ਬੋਲਿਆ, ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਪਰ ਮੈਂ ਉਸਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਉਸ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੈਂ ਮਰਦ ਜਾਤ 'ਤੇ ਵਿਸ਼ਵਾਸ ਨਹੀਂ ਕਰਦੀ। ਇਸ ਲਈ ਮੈਂ ਤੇਰੇ ਨਾਲ ਵਿਆਹ ਕਰਕੇ ਇੱਕ ਨਵਾਂ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ, ਕਿਉਂਕਿ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਦੋਸਤੋ, ਕਹਾਣੀ ਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।